मारू सोल्हे महला पंजवा। एक ओंकार सतगुर प्रसाद। राग मारू विच गुरु अर्जन देव जी की बाणी सोले 16 बंदा वाली बाणी है। राग मारू। एक ओंकार तो भाव एक अकाल पुरख एको ही है। एको है पई एको है साहिब मेरा एको है। ओंकार तो भाव वो प्रभु एको जिहड़ा है सब तरफ पसरिया होया है। वो प्रभु एक मिलदा किवें है? सतगुर प्रसाद। सतगुर दे नाल जुड़िया गुरु शब्द नूं कमाया मिलदा। तू साहिब हौ सेवक कीता, जियो पिंड सब तेरा दीता। साहिब पंजवें नानक धन श्री गुरु अर्जन साहब सानू बख्शिश करते हैं, सानू समझाउणा करते हैं। हे प्रभु तू मेरा मालक है, मैं तेरा पैदा किया होया है। हाँ सेवक कीता, कीता तो भाव बनाया है, तू पैदा किया है, सेवक बना लिया है तू। जियो पिंड सब तेरा दीता। ये जियो तो भाव जिंद, ये शरीर पिंड पिंडा। असी पिंडां दे लोग हमेशा ये कहते हैं पिंडे नाल है। असी अमूमन आम तौर पर असी बोलते हुंदे सां पिंडा, तो कहते ने जियो पिंड सब तेरा कीता। ये जिंद ये शरीर सब कुछ तेरा ही दिता होया है। हे प्रभु करन करावण सब तू है, तू है नाही किच आसाड़ा। सब कहते ने हे प्रभु जगत विच सब कुछ करन वाला तू ही है, तू ही है। जीवां पासों कराण वाला भी तू ही है। जो जगत च हो रहा है वो तू ही करवा रहा है। असां जीवां दा कोई जोर नहीं चल सकता। तू ही सब कुछ करवा रहा है ते कर रहा। तुम्हें पठाए तां जग में आए, जो तुद भाना से कर्म कमाए। तुम्हें तो भाव तू आप ही पठाए, तो भाव तू भेजे हन घल्ले हन जीव संसार ते तेरे हुक्म विच आए। तू ही घलना जीवां नूं तेरी मर्जी। किसी जीव की कोई अपनी मर्जी नहीं, कोई पाया नहीं, कोई अपने आप अपनी मर्जी नाल पैदा हो जाए। कित्थे भेजना है, किस तरह भेजना है, किवें दा मां प्यो उहनूं मिलना, परमात्मा की मर्जी। किसी जीव की कोई मर्जी नहीं चलती। तेरे भेजे हुए तां जग में आए, तां करके इस जगत विच आउंदे हन जे तू भेजदा। जो तुद भाना से कर्म कमाए। जो तेनू चंगा लगदा है उसे दे अनुसार उसे तरह जीव कर्म जिहड़े करदे हन, जो तेनू चंगा लगदा। तुझ ते बाहर किछु न होवा, तां भी नाही किच काड़ा। कहंदे ने हे प्रभु तेरे हुक्म तो बाहर कुछ भी नहीं हो सकता। भाव तेरा जो नियम बनाया होया है संसार नूं चलाण वाला,
ਉਸ ਨੂੰ ਕੋਈ ਤੋੜ ਨਹੀਂ ਸਕਦਾ, ਉਸ ਹੁਕਮ ਤੋਂ ਬਾਹਰ ਕੋਈ ਜਾਉ ਨਹੀਂ ਸਕਦਾ। ਕੋਈ ਹੈ ਕਿਸੇ ਦੀ ਹਿੰਮਤ ਅੱਗ 'ਚ ਛਾਲ ਮਾਰ ਕੇ ਬਚ ਜਾਏਗਾ? ਕਿਸੇ ਦੀ ਕੋਈ ਬਾਇਆ ਹੈ ਕੋਈ ਉੱਚੀ ਪਹਾੜੀ ਤੋਂ ਛਲਾਂਗ ਮਾਰ ਕੇ ਬਚ ਜਾਏਗਾ? ਕਿਸੇ ਦੀ ਪਾਇਆ ਹੈ ਕੋਈ ਸਮੁੰਦਰ 'ਚ ਛਲਾਂਗ ਮਾਰ ਕੇ ਬਚ ਜਾਏਗਾ? ਸਭ ਉਸੇ ਦਾ ਹੁਕਮ ਹੈ, ਹੁਕਮ ਤੋਂ ਬਾਹਰ ਕੋਈ ਨਹੀਂ ਰਹਿ ਸਕਦਾ। ਇਤਨਾ ਖਲਜਗਨ ਹੁੰਦਿਆਂ ਹੋਇਆਂ ਵੀ ਤੈਨੂੰ ਕਿਸੇ ਦੇ ਕੋਈ ਚਿੰਤਾ ਫਿਕਰ ਨਹੀਂ। ਉਹਦੇ ਹੁਕਮ ਅਨੁਸਾਰ, ਉਸਦੇ ਨਿਯਮ ਅਨੁਸਾਰ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਉਸਦੇ ਭਾਣੇ ਵਿੱਚ ਕਹਿ ਲਓ, ਉਸਦੇ ਹੁਕਮ ਵਿੱਚ ਕਹਿ ਲਓ, ਉਸਦੇ ਸੰਵਿਧਾਨ 'ਚ ਕਹਿ ਲਓ। ਇਹ ਸੰਸਾਰ ਆਪਣੇ ਆਪ ਹੀ ਚੱਲ ਰਿਹਾ ਹੈ, ਆਪਣੇ ਆਪ ਹੀ ਜੀਵ ਪੈਦਾ ਹੋ ਰਹੇ ਨੇ, ਆਪਣੇ ਆਪ ਹੀ ਵੱਡੇ ਹੋ ਰਹੇ ਨੇ। ਉਹਦੇ ਹੁਕਮ ਅਨੁਸਾਰ, ਉਸੇ ਹੁਕਮ ਅਨੁਸਾਰ ਹੀ ਇਹ ਜੀਵ ਜਾ ਰਹੇ ਨੇ ਸੰਸਾਰ। ਉਹ ਹਾਂ ਹੁਕਮ ਤੁਮਾਰਾ ਸੁਣੀਐ, ਕਿ ਹਾਂ ਹਰ ਜਸ ਤੇਰਾ ਬਣੀਐ। ਉਹ ਹਾਂ ਭਾਵ ਉੱਥੇ ਉਸ ਲੋਕ ਵਿੱਚ, ਭਾਵ ਪਰਲੋਕ ਵਿੱਚ। ਹੇ ਪ੍ਰਭੂ, ਪਰਲੋਕ ਵਿੱਚ ਵੀ ਤੇਰਾ ਹੀ ਹੁਕਮ ਚੱਲ ਰਿਹਾ। ਇਹ ਤੇਰਾ ਹੁਕਮ ਚੱਲ ਰਿਹਾ, ਸੁਣਿਆ ਜਾ ਰਿਹਾ ਹੈ ਵੀ ਤੇਰਾ ਹੀ ਹੁਕਮ ਚੱਲਦਾ। ਤੇ ਇਸ ਲੋਕ ਵਿੱਚ ਵੀ ਤੇਰੀ ਹੀ ਸਿਫਤਸਲਾ ਉਚਾਰੀ ਜਾ ਰਹੀ ਹੈ। ਸਭ ਸੰਸਾਰ ਤੇਰੀ ਹੀ ਸਿਫਤਸਲਾ ਕਰ ਰਿਹਾ। ਆਪੇ ਲੇਖ ਅਲੇਖ ਹੈ, ਆਪੇ ਤੁਮ ਸੋ ਨਾਹੀ ਕਿਛ ਝਾੜਾ। ਸਾਹਿਬ ਕਹਿੰਦੇ ਨੇ, ਹੇ ਪ੍ਰਭੂ, ਤੂੰ ਆਪ ਹੀ ਜੀਵਾਂ ਦੇ ਕੀਤੇ ਕਰਮਾਂ ਦੇ, ਜੀਵਾਂ ਦੇ ਕੀਤੇ ਕਰਮਾਂ ਦੇ ਲੇਖੇ ਲਿਖਣ ਵਾਲਾ ਵੀ ਤੂੰ ਆਪ ਹੀ ਹੈ। ਤੂੰ ਆਪ ਹੀ ਲੇਖੇ ਤੋਂ ਬਾਹਰ ਵੀ ਹੈ। ਤੇਰੇ ਨਾਲ ਜੀਵ ਕੋਈ ਝਗੜਾ ਨਹੀਂ ਕਰ ਸਕਦਾ। ਤੇਰਾ ਹੁਕਮ ਕੋਈ ਮੋੜ ਨਹੀਂ ਸਕਦਾ। ਰੱਬਾ, ਤੂੰ ਇੰਝ ਕਿਉਂ ਕੀਤਾ ਤੇ ਇੰਝ ਕਰ, ਕੋਈ ਝਗੜਾ ਨਹੀਂ ਕਰ ਸਕਦਾ। ਆਪੇ ਲੇਖ ਅਲੇਖ ਹੈ, ਆਪੇ ਤੁਮ ਸਿਉ ਨਾਹੀ ਕਿਛ ਝਾੜਾ। ਕੋਈ ਝੇੜਾ ਨਹੀਂ, ਝਗੜਾ ਨਹੀਂ ਤੇਰੇ ਨਾਲ ਪਾ ਸਕਦਾ ਕਿ ਰੱਬਾ ਇਹ ਤੂੰ ਕਿਉਂ ਕੀਤਾ ਹੈ ਤੇ ਇਸ ਤਰ੍ਹਾਂ ਕਰ। ਤੂੰ ਪਿਤਾ ਸਭ ਬਾਰਕ ਥਾਰੇ, ਜੋ ਖਿਲਾਵੇਂ ਤਿਉ ਖੇਲਣ ਹਾਰੇ। ਸਾਹਿਬ ਕਹਿੰਦੇ ਨੇ, ਹੇ ਪ੍ਰਭੂ, ਤੂੰ ਸਭ ਜੀਵਾਂ ਦਾ ਪਿਤਾ ਹੈ, ਕਿਉਂਕਿ ਤੂੰ ਹੀ ਪੈਦਾ ਕਰਦਾ ਹੈ, ਤੂੰ ਹੀ ਪਿਤਾ ਹੈ। ਸਾਰੇ ਜੀਵ ਤੇਰੇ ਬੱਚੇ ਹਨ। ਤੂੰ ਪੈਦਾ ਕਰਨ ਵਾਲਾ ਪਿਤਾ ਹੈ, ਸਭ ਨੂੰ ਪੈਦਾ ਕਰਨ ਵਾਲਾ। ਜਿਵੇਂ ਤੂੰ ਇਹਨਾਂ ਬੱਚਿਆਂ ਨੂੰ ਖਿਡਾਉਂਦਾ ਹੈ, ਜਿਉਂ ਖਿਲਾਵੇਂ ਤਿਉਂ ਖੇਲਣ ਹਾਰੇ। ਤਿਉਂ ਮਨਾ ਤਿਵੇਂ ਹੀ ਇਹ ਖੇਡ ਖੇਡਦੇ ਹਨ ਬੱਚੇ ਤੇਰੇ ਬਣਾਏ ਹੋਏ, ਜਿਵੇਂ ਤੂੰ ਖਿਡਾਉਣਾ ਹੈ ਇਹਨਾਂ ਬੱਚਿਆਂ ਨੂੰ। ਉਜੜ ਮਾਰਗ ਸਭ ਤੁਮ ਹੀ ਕੀਨਾ, ਚਲੈ ਨਾਹੀ ਕੋ ਵੇ ਪਾੜਾ। ਉਜੜ ਮਾਰਗ ਭਾਵ ਗਲਤ ਰਸਤਾ ਜਿਹੜਾ ਹੈ, ਉਜੜ ਰਸਤਾ, ਕੁਰਾਏ ਪੈਣ ਵਾਲਾ ਰਸਤਾ ਜਿਹੜਾ। ਹੇ ਪ੍ਰਭੂ, ਗਲਤ ਰਸਤਾ ਤੇ ਠੀਕ ਰਸਤਾ ਸਭ ਕੁਝ ਤੂੰ ਆਪ ਹੀ ਬਣਾਇਆ ਹੋਇਆ। ਕੋਈ ਵੀ ਜੀਵ ਆਪਣੇ ਆਪ ਗਲਤ ਰਸਤੇ ਉੱਤੇ ਤੁਰ ਨਹੀਂ ਸਕਦਾ। ਸਭ ਤੇਰਾ ਉਸ ਭੇਜਿਆ ਹੋਇਆ ਉਧਰ ਗਲਤ ਰਸਤੇ ਜਾਂਦਾ ਹੈ। ਉਸਦੇ ਕਰਮਾਂ ਅਨੁਸਾਰ ਤੂੰ ਘੱਲ ਦਿੰਦਾ, ਉਧਰ ਗਲਤ ਰਸਤੇ ਪਾ ਦਿੰਦਾ ਹੈ। ਇੱਕ ਬਸਾਏ ਰੱਖੇ ਗ੍ਰਹਿ ਅੰਤਰ, ਇੱਕ ਪਠਾਏ ਦੇਸ ਦਿਸੰਤਰ। ਇੱਕ ਦੇ ਕੱਕੇ ਨੂੰ ਸਿਹਾਰੀ ਹੈ, ਇਹਦਾ ਮਤਲਬ ਕਈ ਜੀਵ ਬਸਾਏ ਰੱਖੇ। ਹੇ ਪ੍ਰਭੂ, ਕਈ ਜੀਵ ਐਸੇ ਹਨ ਜਿਨ੍ਹਾਂ ਨੂੰ ਤੂੰ ਘਰ ਵਿੱਚ ਬਿਠਾ ਰੱਖਿਆ ਹੈ, ਹਿਰਦੇ ਘਰ ਵਿੱਚ ਟਿਕੇ ਰਹਿੰਦੇ ਹਨ, ਬਾਹਰ ਮੁਖੀ ਨਹੀਂ ਹੁੰਦੇ। ਉਹ ਆਪਣੇ ਘਰ ਵਿੱਚ ਹਿਰਦੇ 'ਚ ਟਿਕੇ ਰਹਿੰਦੇ ਨੇ, ਕੰਮ ਕਾਰ ਕਰਦੇ ਰਹਿੰਦੇ ਨੇ, ਪਰਮਾਤਮਾ ਦਾ ਨਾਮ ਜਪਦੇ ਰਹਿੰਦੇ।
ਇੱਕ ਪਠਾਏ ਦੇਸ ਦਿਸੰਤਰ, ਤੇ ਕਈ ਐਸੇ ਹਨ ਜਿਨ੍ਹਾਂ ਨੂੰ ਤੂੰ ਹੋਰ ਹੋਰ ਦੇਸ਼ਾਂ ਵਿੱਚ ਭੇਜਦਾ ਹੈ। ਦੇਸ਼ ਦਿਸੰਤਰ, ਹੋਰ ਹੋਰ ਦੇਸ਼ਾਂ ਵਿੱਚ ਭੇਜ ਦੇਣਾ ਰੋਜੀ ਵਾਸਤੇ। ਕੋਈ ਕੈਨੇਡਾ, ਕੋਈ ਅਮਰੀਕਾ, ਕੋਈ ਜਰਮਨ, ਕੋਈ ਆਸਟ੍ਰੇਲੀਆ, ਕੋਈ ਐਸੇ ਦੇਸ਼ਾਂ ਵਿੱਚ ਕਿੱਥੇ ਕਿੱਥੇ ਜਾ ਕੇ ਧੱਕੇ ਖਾਂਦੇ ਹਨ ਤੇ ਖਾਣੀਆਂ ਤੇ ਉਹ ਜੋ ਦੋ ਫੁਲਕੇ ਹਨ। ਕਈ ਐਸੇ ਹਨ ਜਿਨ੍ਹਾਂ ਨੂੰ ਤੂੰ ਹੋਰ ਹੋਰ ਦੇਸ਼ਾਂ ਵਿੱਚ ਭੇਜ ਦਿੰਦਾ ਹੈ। ਇੱਕ ਹੀ ਕੋ ਕਾਸ, ਇੱਕ ਹੀ ਕੋ ਰਾਜਾ, ਇਨ ਮੈਂ ਕਹੀਐ ਕਿਆ ਕੂੜਾ। ਸਾਹਿਬ ਕਹਿੰਦੇ ਨੇ ਇੱਕ ਹੀ ਕੋ ਕਾਸ, ਇਹ ਮੁਹਾਵਰਾ ਹੈ, ਘਾਹ ਵੱਢਣ ਤੇ ਲਾ ਦਿੰਦਾ ਹੈ ਭਾਵ ਥੋੜਾ ਬਹੁਤ ਦਿਨ। ਕਈ ਜੀਵਾਂ ਨੂੰ ਤੂੰ ਘਾਹ ਖੋਤਰਨ ਤੇ ਲਾ ਦਿੰਦਾ ਹੈ ਭਾਵ ਥੋੜਾ ਬਹੁਤ ਉਹਨਾਂ ਨੂੰ ਰੁਜ਼ਗਾਰ ਮਿਲਦਾ। ਕਈਆਂ ਨੂੰ ਤੂੰ ਰਾਜੇ ਬਣਾ ਦਿੰਦਾ ਹੈ ਔਰ ਉਹਨਾਂ ਨੂੰ ਰਿਜ਼ਕ ਦਾ ਕੋਈ ਕਮੀ ਨਹੀਂ ਰਹਿੰਦੀ, ਉਹ ਦੁਨੀਆ ਨੂੰ ਰਿਜ਼ਕ ਵੰਡਦੇ ਆ। ਤੇਰੇ ਇਹਨਾਂ ਕੰਮਾਂ ਵਿੱਚੋਂ ਕਿਸੇ ਕੰਮ ਨੂੰ ਗਲਤ ਨਹੀਂ ਆਖਿਆ ਜਾ ਸਕਦਾ। ਤੂੰ ਇਹਨੂੰ ਰਾਜਾ ਕਿਉਂ ਬਣਾਇਆ, ਤੈਨੂੰ ਭਿਖਾਰੀ ਕਿਉਂ ਬਣਾਇਆ? ਕਿਉਂਕਿ ਤੂੰ ਲੇਖਾ ਜੋਖਾ ਕਰਕੇ ਉਹਨਾਂ ਦੇ ਕਰਮਾਂ ਅਨੁਸਾਰ ਹੀ ਬਣਾਉਂਦਾ ਹੈ। ਕੋਈ ਨਹੀਂ ਕਹਿ ਸਕਦਾ ਇਹਨੂੰ ਰਾਜਾ ਕਿਉਂ ਬਣਾਇਆ ਹੈ, ਤੈਨੂੰ ਭਿਖਾਰੀ ਕਿਉਂ ਬਣਾਇਆ ਹੈ, ਘਾਹ ਵੱਢਣ ਵਾਲਾ ਕਿਉਂ ਬਣਾਇਆ। ਕਵਣ ਸੋ ਮੁਕਤੀ, ਕਵਣ ਸੋ ਨਰਕਾ, ਕਵਣ ਸੰਸਾਰੀ, ਕਵਣ ਸੋ ਭਗਤਾ। ਮੁਕਤੀ ਭਾਵ ਵਿਕਾਰਾਂ ਤੋਂ ਮੁਕਤੀ, ਕਵਣ ਤੋਂ ਭਾਵ ਕੌਣ। ਹੇ ਪ੍ਰਭੂ, ਤੇਰੇ ਹੁਕਮ ਤੋਂ ਬਾਹਰ ਨਾ ਕੋਈ ਮੁਕਤੀ ਹੈ ਤੇ ਨਾ ਕੋਈ ਨਰਕ ਹੈ। ਸਭ ਤੇਰੇ ਨਿਯਮ ਵਿੱਚ ਹੈ, ਤੇਰੀ ਰਜ਼ਾ ਵਿੱਚ ਹੈ, ਤੇਰੇ ਅਨੁਸਾਰ ਹੀ ਹੈ। ਤੇਰੇ ਹੁਕਮ ਤੋਂ ਬਿਨਾ, ਤੇਰੇ ਨਿਯਮ ਤੋਂ ਬਿਨਾ ਨਾ ਕੋਈ ਗ੍ਰਸਤੀ ਹੈ ਤੇ ਨਾ ਕੋਈ ਭਗਤ ਬਣ ਸਕਦਾ ਹੈ। ਤੇਰੇ ਹੁਕਮ ਦੀ ਪਾਲਣਾ ਕਰਕੇ ਕੋਈ ਗ੍ਰਸਤ ਵਿੱਚ ਰਹਿ ਕੇ ਪਰਮਾਤਮਾ ਨੂੰ ਮਿਲ ਸਕਦਾ ਹੈ ਤੇ ਤੇਰੇ ਹੁਕਮ ਵਿੱਚ ਰਹਿ ਕੇ ਕੋਈ ਵੱਡਾ ਭਗਤ ਵੀ ਬਣ ਸਕਦਾ ਹੈ, ਲੋਕਾਂ ਨੂੰ ਵੀ ਤਾਰਨ ਵਾਲਾ ਬਣ ਸਕਦਾ ਹੈ। ਤੇਰਾ ਹੁਕਮ ਪਾਲਣਾ ਕਰੇ, ਕਿਸੇ ਦੇਸ਼ ਦਾ ਕਾਨੂੰਨ ਪਾਲਣਾ ਕਰਨ ਵਾਲੇ ਨੂੰ ਨਾਗਰਿਕਤਾ ਉਹ ਦੇਸ਼ ਦੇ ਦਿੰਦਾ ਹੈ ਰਾਜ। ਤੇ ਪਰਮਾਤਮਾ ਦੇ ਦੇਸ਼ ਦਾ ਨਾਗਰਿਕ ਬਣਨ ਵਾਸਤੇ ਉਹਦਾ ਹੁਕਮ ਪਾਲਣਾ ਕਰਨਾ ਪਏਗਾ, ਉਹਦੇ ਹੁਕਮ 'ਚ ਰਹਿਣਾ ਪਏਗਾ। ਕਵਣ ਸੋ ਦਾਨਾ, ਕਵਣ ਸੋ ਹੋਛਾ, ਕਵਣ ਸੋ ਸੁਰਤਾ, ਕਵਣ ਜੜਾ। ਜੜਾ ਤੋਂ ਭਾਵ ਮੂਰਖ ਤੇ ਦਾਨਾ ਤੋਂ ਭਾਵ ਸਿਆਣਾ। ਸਾਹਿਬ ਕਹਿੰਦੇ ਨੇ ਕਵਣ ਸੋ ਦਾਨਾ, ਨਾ ਕੋਈ, ਤੇ ਕਵਣ ਸੋ ਹੋਛਾ, ਕਹਿੰਦੇ ਨੇ ਨਾ ਕੋਈ ਵੱਡੇ ਜਿਗਰੇ ਵਾਲਾ ਹੈ, ਦਾਨਾ ਹੈ, ਤੇ ਨਾ ਕੋਈ ਹੋਛੇ ਸੁਭਾਅ ਵਾਲਾ ਹੈ। ਸਭ ਤੇਰੀ ਰਜ਼ਾ ਵਿੱਚ ਹੀ ਹੈ। ਤੇਰੇ ਹੁਕਮ ਅਨੁਸਾਰ ਕੋਈ ਵੱਡੇ ਜਿਗਰੇ ਵਾਲਾ ਬਣਦਾ ਤੇਰਾ ਹੁਕਮ ਪਾਲਣਾ ਕਰਕੇ, ਤੇ ਜਿਹੜਾ ਨਹੀਂ ਕਰਦਾ ਫਿਰ ਹੋਛਾ ਬਣ ਜਾਂਦਾ ਹੈ, ਅਧੂਰਾ ਰਹਿ ਜਾਂਦਾ ਹੈ। ਤੇਰੇ ਹੁਕਮ ਤੋਂ ਬਿਨਾਂ ਨਾ ਕੋਈ ਉੱਚੀ ਸੂਝ ਵਾਲਾ ਸਿਆਣਾ ਬਣ ਸਕਦਾ ਹੈ ਤੇ ਨਾ ਕੋਈ ਮੂਰਖ ਬਣ ਸਕਦਾ। ਜੜ ਮੂਰਖ ਕੋਈ ਨਹੀਂ ਬਣ ਸਕਦਾ। ਤੇਰੇ ਹੁਕਮ ਵਿੱਚ ਹੀ ਬਣਿਆ, ਕਿਉਂਕਿ ਉਹਦੀਆਂ ਕਰਤੂਤਾਂ ਨੇ ਉਹਨੂੰ ਮੂਰਖ ਬਣਾਇਆ ਕਿ ਤੂੰ ਉਹਨਾਂ ਨੂੰ ਮੂਰਖ ਬਣਾ ਦਿੱਤਾ, ਕਰਤੂਤਾਂ ਐਸੀਆਂ ਕੀਤੀਆਂ। ਜਿਨਨੇ ਹੁਕਮ ਨੂੰ ਪਾਲਿਆ ਉਹ ਸੂਝਵਾਨ, ਗਿਆਨਵਾਨ, ਵਿਵੇਕ ਬੁੱਧ ਬਣ ਗਿਆ, ਤੇਰੇ ਹੁਕਮ ਵਿੱਚ ਹੀ ਬਣਿਆ। ਹੁਕਮੈ ਮੁਕਤੀ, ਹੁਕਮੈ ਨਰਕਾ, ਹੁਕਮ ਸੰਸਾਰੀ, ਹੁਕਮੇ ਭਗਤਾ। ਹੁਕਮੇ ਤੋਂ ਭਾਵ ਤੇਰੇ ਹੁਕਮ ਵਿੱਚ ਹੀ, ਤੇਰੇ ਨਿਯਮ ਵਿੱਚ ਹੀ, ਪਾਲਣਾ ਕਰਨ ਵਿੱਚ ਹੀ। ਹੇ ਪ੍ਰਭੂ, ਤੇਰੇ ਹੀ ਹੁਕਮ ਵਿੱਚ ਕਿਸੇ ਨੂੰ ਮੁਕਤੀ ਮਿਲਦੀ ਹੈ ਵਿਕਾਰਾਂ ਤੋਂ।
ਤੇਰੇ ਹੀ ਹੁਕਮ ਵਿੱਚ ਕਿਸੇ ਨੂੰ ਨਰਕ ਮਿਲਦਾ ਹੈ ਵਿਕਾਰ ਕਰ ਕਰਕੇ। ਤੇਰਾ ਹੁਕਮ ਹੈ ਸਾਚਾ ਸਾਹਿਬ, ਸਾਚਾ ਨਿਉ, ਸਦੀਵੀ ਉਹਦਾ ਨਿਆਂ ਸੱਚਾ ਹੈ, ਸੱਚ ਹੀ ਨਿਭਦਾ ਹੈ, ਕੋਈ ਉੱਥੇ ਰਿਸ਼ਵਤ ਨਹੀਂ, ਕੋਈ ਕਿਸੇ ਦੀ ਸਿਫਾਰਿਸ਼ ਨਹੀਂ। ਹੁਕਮ ਸੰਸਾਰੀ ਹੁਕਮੇ ਭਗਤਾ, ਤੇਰੇ ਹੀ ਹੁਕਮ ਵਿੱਚ ਕੋਈ ਗ੍ਰਸਤੀ ਬਣ ਜਾਂਦਾ ਹੈ ਪਾਲਣਾ ਕਰਕੇ, ਤੇ ਕੋਈ ਭਗਤ ਬਣ ਜਾਂਦਾ ਹੈ ਤੇਰਾ ਹੁਕਮ ਪਾਲਣਾ ਕਰਕੇ। ਹੁਕਮੇ ਹੋਛਾ ਹੁਕਮੇ ਦਾਨਾ, ਦੂਜਾ ਨਾਹੀ ਅਵਰ ਧੜਾ। ਹੇ ਪ੍ਰਭੂ, ਤੇਰੇ ਹੀ ਹੁਕਮ ਵਿੱਚ ਕੋਈ ਕਾਲੇ ਸੁਭਾਅ ਵਾਲਾ ਹੈ, ਹੋਛਾ ਹੈ, ਤੇ ਕੋਈ ਗੰਭੀਰ ਸੁਭਾਅ ਵਾਲਾ ਦਾਨਾ ਹੈ, ਸਿਆਣਾ ਹੈ। ਤੇਰੇ ਟਾਕਰੇ ਤੇ ਹੋਰ ਕੋਈ ਧੜਾ ਹੈ ਹੀ ਨਹੀਂ, ਭਾਵ ਤੇਰੇ ਵਰਗਾ ਕੋਈ ਹੋਰ ਨਹੀਂ ਹੈ, ਤੇਰੇ ਵਰਗਾ ਜਿਹੜਾ ਹੁਕਮ ਚਲਾਉਣ ਵਾਲਾ। ਹੋਰ ਕਿਸੇ ਦਾ ਧੜਾ ਨਹੀਂ ਹੈ, ਇੱਕੋ ਹੀ ਧੜਾ ਤੇਰਾ ਹੈ। ਸਾਗਰ ਕੀਨਾ ਅਤ ਤੁਮ ਭਾਰਾ, ਇੱਕ ਖੜੇ ਰਸਾਤਲ ਕਰ ਮਨਮੁਖ ਗਵਾਰਾ। ਸਾਗਰ ਕਹਿੰਦੇ ਨੇ ਸਮੁੰਦਰ ਨੂੰ, ਤੇ ਅਤ ਭਾਰਾ ਬਹੁਤ ਵੱਡਾ। ਸਾਹਿਬ ਕਹਿੰਦੇ ਨੇ, ਹੇ ਪ੍ਰਭੂ, ਇਹ ਬੇਅੰਤ ਵੱਡਾ ਸੰਸਾਰ ਸਮੁੰਦਰ, ਇਹ ਬੜਾ ਵੱਡਾ ਤੂੰ ਆਪ ਹੀ ਬਣਾਇਆ ਹੈ, ਬਹੁਤ ਵੱਡਾ ਬਣਾਇਆ, ਕੋਈ ਅੰਤ ਨਹੀਂ। ਇੱਕ ਖੜੇ ਰਸਾਤਲ ਕਰ ਮਨਮੁਖ ਗਵਾਰਾ। ਰਸਾਤਲ ਤੋਂ ਭਾਵ ਨਰਕ ਵਿੱਚ ਖੜੇ ਲਿਜਾਂਦੇ ਹਨ, ਪਾ ਦਿੰਦਾ ਹੈ, ਖੜ ਕੇ ਲੈ ਜਾਂਦਾ ਹੈ। ਇੱਥੇ ਸੰਸਾਰ ਸਮੁੰਦਰ ਵਿੱਚ ਕਈ ਜੀਵਾਂ ਨੂੰ ਮਨ ਦੇ ਮੁਰੀਦ ਮੂਰਖ ਬਣਾ ਕੇ ਉਹ ਮੂਰਖ ਬਣੇ ਰਹਿੰਦੇ ਹਨ, ਉਸ ਨਾਮ ਨੂੰ, ਨਿਯਮ ਨੂੰ ਨਹੀਂ ਪਾਲਦੇ, ਆਪਣੇ ਜੀਵਨ 'ਚ ਨਹੀਂ ਕਮਾਉਂਦੇ, ਤੂੰ ਉਹਨਾਂ ਨੂੰ ਨਰਕ ਪਾ ਦਿੰਦਾ ਹੈ, ਮਨਮੁਖ ਮੂਰਖ। ਤੂੰ ਹੀ ਆਪਣੇ ਹੁਕਮ ਅਨੁਸਾਰ ਉਹਨਾਂ ਨੂੰ ਨਰਕ 'ਚ ਪਾ ਦਿੰਦਾ। ਇੱਕ ਨਾ ਪਾਰ ਲੰਘਾਵੇ ਆਪੇ, ਸਤਿਗੁਰ ਜਿਨ ਕਾ ਸੱਚ ਬੇੜਾ। ਕਈ ਜੀਵਾਂ ਨੂੰ ਤੂੰ ਆਪ ਹੀ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ, ਜਿਨ੍ਹਾਂ ਵਾਸਤੇ ਤੂੰ ਗੁਰੂ ਨੂੰ ਸਦਾ ਕਾਇਮ ਰਹਿਣ ਵਾਲਾ ਜਹਾਜ਼ ਬਣਾ ਦਿੱਤਾ। ਜਿਨ੍ਹਾਂ ਵਾਸਤੇ, ਮਨੁੱਖਾਂ ਵਾਸਤੇ ਤੂੰ ਗੁਰੂ ਨੂੰ ਜਹਾਜ਼ ਬਣਾ ਦਿੱਤਾ, ਭਾਵ ਜਿਨ੍ਹਾਂ ਨੂੰ ਗੁਰੂ ਸ਼ਬਦ ਜੋੜ ਦਿੱਤਾ, ਗੁਰੂ ਸ਼ਬਦ ਕਮਾਂਡ ਤੇ ਲਾ ਦਿੱਤਾ, ਤੇ ਉਹ ਫਿਰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ, ਤੇਰੇ ਹੁਕਮ ਵਿੱਚ ਹੀ ਲੰਘਦੇ। ਕੌਤਕ ਕਾਲ ਇਹ ਹੁਕਮ ਪਠਾਇਆ, ਜੀ ਜੰਤ ਉਪਾਏ ਸਮਾਇਆ। ਕੌਤਕ ਤੋਂ ਭਾਵ ਖੇਡ। ਇਹ ਜੋ ਹੈ ਖੇਡ ਪਰਮਾਤਮਾ ਦੀ ਰਚੀ ਹੋਈ ਖੇਡ ਹੈ, ਕੌਤਕ ਹੈ। ਸਾਹਿਬ ਕਹਿੰਦੇ ਨੇ, ਇਹ ਕਾਲ ਭਾਵ ਮੌਤ, ਜੋ ਬਹੁਤ ਪ੍ਰਭੂ ਦਾ ਬਣਾਇਆ ਹੋਇਆ ਇੱਕ ਖਿਡੌਣਾ ਹੀ ਹੈ। ਇਹ ਕਾਲ ਜਿਹੜਾ ਹੈ, ਮੌਤ ਰੂਪ ਇੱਕ ਖਿਡੌਣਾ ਹੈ, ਪ੍ਰਭੂ ਦਾ ਬਣਾਇਆ ਹੋਇਆ ਹੈ। ਉਸ ਨੇ ਆਪਣੇ ਹੁਕਮ ਅਨੁਸਾਰ ਜਗਤ ਵਿੱਚ ਭੇਜਿਆ ਹੈ ਕਾਲ ਨੂੰ, ਦੁਨੀਆ ਦੀ ਖੇਡ ਖਿਡਾ ਰਿਹਾ। ਜੀ ਜੰਤ ਉਪਾਏ ਸਮਾਇਆ, ਪ੍ਰਭੂ ਆਪ ਹੀ ਸਾਰੇ ਜੀਵਾਂ ਨੂੰ ਪੈਦਾ ਕਰਕੇ ਤੇ ਮੁਕਾ ਦਿੰਦਾ ਹੈ। ਕਾਲ ਜਿਹੜਾ ਪ੍ਰਭੂ ਆਪ ਹੀ ਮੁਕਾਉਂਦਾ ਹੈ, ਉਹ ਕਾਲ ਦੇ ਦੁਆਰਾ। ਸਾਹਿਬ ਕਹਿੰਦੇ ਨੇ, ਵੇਖੈ ਵਿਕਸੈ ਸਭ ਰੰਗ ਮਾਣੇ, ਰਚਨ ਕੀਨਾ ਇੱਕ ਇੱਕ ਆਖਾੜਾ।
ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਪ੍ਰਭੂ ਆਪ ਹੀ ਇਸ ਖੇਡ ਨੂੰ, ਤਮਾਸ਼ੇ ਨੂੰ ਵੇਖ ਰਿਹਾ, ਵੇਖਾ ਵਿਗਸਾ ਹੈ ਤੇ ਫਿਰ ਵੇਖ ਵੇਖ ਕੇ ਖੁਸ਼ ਹੋ ਰਿਹਾ ਹੈ। ਸਭ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ ਸਾਰੇ ਰੰਗ ਮਾਣ ਰਿਹਾ ਹੈ। ਸਭ ਰੰਗ ਮਾਣੇ ਸਾਰੇ ਜੀਵਾਂ 'ਚ, ਉਹ ਸਭ ਰੰਗ ਮਾਣ ਰਿਹਾ ਹੈ ਵਿਆਪਕ ਹੋ ਕੇ। ਇਸ ਜਗਤ ਰੂਪੀ ਰਚਨਾ ਨੂੰ ਉਸਨੇ ਇੱਕ ਅਖਾੜਾ ਬਣਾਇਆ ਹੋਇਆ ਹੈ, ਦੁਨੀਆ ਦੇ ਖੇਡਣ ਵਾਲਾ। ਸਾਰਾ ਸੰਸਾਰ ਇਹਦੇ ਵਿੱਚ ਖੇਡ ਰਿਹਾ ਹੈ ਤੇ ਕੋਈ ਬੱਚੇ ਪੈਦਾ ਹੋ ਰਹੇ ਨੇ, ਪਾਲਣ ਵਾਸਤੇ ਵੀ ਡਿਊਟੀ ਲਾ ਰੱਖੀ ਹੈ। ਜਵਾਨ ਹੋ ਜਾਂਦੇ ਨੇ, ਵਿਆਹ ਕਰਕੇ ਹੋਰ ਬੱਚੇ ਪੈਦਾ ਕਰਨ ਤੇ ਲੱਗ ਜਾਂਦੇ। ਸਾਰੀ ਖਲਜਗਨ ਖੇਡ ਹੈ ਉਸ ਪਰਮਾਤਮਾ ਦੀ ਬਣਾਈ। ਵੱਡਾ ਸਾਹਿਬ ਵੱਡੀ ਨਾਈ, ਵੱਡ ਦਾਤਾਰ ਵੱਡੀ ਜਿਸ ਜਾਈ। ਸਾਹਿਬ ਕਹਿੰਦੇ ਨੇ ਉਹ ਮਾਲਕ ਪ੍ਰਭੂ ਬਹੁਤ ਵੱਡਾ ਹੈ। ਉਸ ਦੀ ਨਾਈ ਤੋਂ ਭਾਵ ਉਸ ਦੀ ਵਡਿਆਈ ਵੀ ਬਹੁਤ ਵੱਡੀ ਹੈ ਉਸ ਮਾਲਕ ਦੀ। ਵੱਡ ਦਤਾਰ ਵੱਡੀ ਜਿਸ ਜਾਈ, ਜਾਈ ਤੋਂ ਭਾਵ ਥਾਂ ਜਿੱਥੇ ਉਹ ਰਹਿੰਦਾ ਹੈ ਪਰਮਾਤਮਾ। ਉਹ ਪ੍ਰਭੂ ਬੜਾ ਵੱਡਾ ਦਾਤਾ ਹੈ, ਉਸ ਦੀ ਥਾਂ ਜਿੱਥੇ ਉਹ ਰਹਿੰਦਾ ਹੈ ਬਹੁਤ ਵੱਡੀ ਹੈ। ਜਿੰਨਾ ਵੱਡਾ ਉਹ ਆਪ, ਓਡੀ ਵੱਡੀ ਜਗ੍ਹਾ ਉਹਦੀ। ਅਗੰਮ ਅਗੋਚਰ ਬੇਅੰਤ ਅਤੁਲਾ, ਹੈ ਨਾਈ ਕਿਛ ਆਹਾੜਾ। ਆਹਾੜਾ ਤੋਂ ਭਾਵ ਕੋਈ ਤੋਲਣ ਵਾਸਤੇ ਕੰਡਾ ਜਾਂ ਕੋਈ ਤਰਕੜਾ, ਕੋਈ ਏਡਾ ਵੱਡਾ ਨਹੀਂ ਬਣਿਆ ਅੱਜ ਤੱਕ ਜਿਸ ਨਾਲ ਉਹਨੂੰ ਤੋਲਿਆ ਜਾ ਸਕੇ। ਉਹ ਅਪਹੁੰਚ ਪ੍ਰਭੂ ਹੈ, ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਅਗੋਚਰ ਹੈ। ਬੇਅੰਤ ਅਤੁਲਾ, ਉਹ ਪ੍ਰਭੂ ਬੇਅੰਤ ਹੈ, ਤੋਲਿਆ ਨਹੀਂ ਜਾ ਸਕਦਾ। ਨਾ ਹੀ ਕਿਛ ਆਹਾੜਾ, ਉਸਨੂੰ ਤੋਲਣ ਦਾ ਕੋਈ ਹਾੜਾ ਬਣਿਆ ਨਹੀਂ, ਕੋਈ ਕੰਡਾ ਤਰਕੜਾ ਐਡਾ ਵੱਡਾ ਨਹੀਂ ਬਣ ਸਕਿਆ ਕਿ ਪਰਮਾਤਮਾ ਨੂੰ ਤੋਲਿਆ ਜਾ ਸਕੇ। ਕੋਈ ਅਹਾੜਾ ਨਹੀਂ, ਕੋਈ ਕਰਨ ਵਾਲਾ, ਤੋਲਣ ਵਾਲਾ। ਕੋਈ ਚੀਜ਼ ਐਸੀ ਨਹੀਂ ਜਿਹਦੇ ਨਾਲ ਤੋਲਿਆ ਜਾ ਸਕੇ। ਕੀਮਤ ਕੋਈ ਨਾ ਜਾਣੇ ਦੂਜਾ, ਆਪੇ ਆਪ ਨਿਰੰਜਨ ਪੂਜਾ। ਸਾਹਿਬ ਕਹਿੰਦੇ ਨੇ ਕੋਈ ਵੀ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ। ਉਸ ਪਰਮਾਤਮਾ ਦਾ ਕੋਈ ਮੁੱਲ ਨਹੀਂ ਪਾ ਸਕਦਾ। ਉਹ ਕਿੰਨਾ ਕੀਮਤੀ ਹੈ, ਭਾਵ ਬੇਅੰਤ ਹੈ, ਕੀਮਤ ਬਾਸ਼ ਕੀਮਤੀ ਹੈ। ਆਪੇ ਆਪ ਨਿਰੰਜਨ ਪੂਜਾ, ਉਹ ਨਿਰਲੇਪ ਪ੍ਰਭੂ ਆਪਣੇ ਬਰਾਬਰ ਦਾ ਆਪ ਹੀ ਹੈ, ਉਹਦੀ ਕੋਈ ਕੀਮਤ ਕਿੱਥੇ ਦੇ ਸਕਦਾ। ਉਹਦੇ ਵਰਗਾ ਕੋਈ ਹੋਵੇ ਤੇ ਦੇ ਕੋਈ ਕੀਮਤ। ਇੰਨਾ ਕੀਮਤੀ ਕੋਈ ਹੋਵੇ ਤੇ ਤਾਂ ਉਹਦੀ ਕੀਮਤ ਦਿੱਤੀ ਜਾ ਸਕਦੀ ਹੈ। ਉਹਦੇ ਵਰਗਾ ਤਾਂ ਆਪ ਹੀ ਹੈ। ਆਪ ਸੁਗਿਆਨੀ, ਆਪ ਧਿਆਨੀ, ਆਪ ਸਤਵੰਤਾ ਅਤ ਗਾੜਾ। ਉਹ ਪ੍ਰਭੂ ਆਪ ਹੀ ਆਪਣੇ ਆਪ ਨੂੰ ਜਾਣਨ ਵਾਲਾ ਹੈ। ਕੋਈ ਉਸ ਦਾ ਅੰਤ ਨਹੀਂ ਪਾ ਸਕਦਾ। ਜਿਹੜਾ ਆਪਣੇ ਆਪ ਨੂੰ ਆਪ ਹੀ ਜਾਣਨ ਵਾਲਾ ਹੈ, ਆਪ ਹੀ ਜਾਣਦਾ ਮੈਂ ਕਿੰਨਾ ਵੱਡਾ। ਆਪ ਹੀ ਆਪਣੇ ਆਪ ਵਿੱਚ ਸਮਾਧੀ ਲਾਉਣ ਵਾਲਾ ਉਹ ਆਪ ਹੀ ਹੈ। ਉਹ ਪ੍ਰਭੂ ਬਹੁਤ ਹੀ ਉੱਚੇ ਆਚਰਣ ਵਾਲਾ ਹੈ। ਉਹ ਪ੍ਰਭੂ ਬਹੁਤ ਹੀ ਉੱਚੇ ਆਚਰਣ ਵਾਲਾ ਹੈ। ਕੇਤੜਿਆਂ ਦਿਨ ਗੁਪਤ ਕਹਾਇਆ, ਕੇਤੜਿਆਂ ਦਿਨ ਸੁਨ ਸਮਾਇਆ। ਕੇਤੜਿਆਂ ਦਿਨ ਤੋਂ ਭਾਵ ਬਹੁਤ ਲੰਮਾ ਸਮਾਂ ਉਹ ਪ੍ਰਭੂ ਗੁਪਤ ਰਿਹਾ। ਹੁਣ ਜਗਤ ਬਣਨ ਤੇ ਸਿਆਣੇ ਆਖਦੇ ਹਨ ਕਿ ਬੇਅੰਤ ਸਮਾਂ ਉਹ ਪ੍ਰਭੂ ਗੁਪਤ ਰਿਹਾ, ਕੋਈ ਚੀਜ਼ ਨਹੀਂ ਬਣਾਈ ਉਸਨੇ। ਕੇਤੜਿਆਂ ਦਿਨ ਸੁਨ ਸਮਾਇਆ,
ਬੇਅੰਤ ਸਮਾਂ ਉਹ ਹੋਰ ਅਵਸਥਾ ਵਿੱਚ ਟਿਕਿਆ ਰਿਹਾ। ਪ੍ਰਭੂ ਉਸਨੇ ਕੋਈ ਧਰਤੀ ਨਹੀਂ ਸਾਜੀ, ਕੋਈ ਕੁਛ ਨਹੀਂ ਸਾਜਿਆ। ਕੇਤਣਿਆ ਦਿਨ ਤੰਦੂਕਾਰਾ, ਆਪੇ ਕਰਤਾ ਪ੍ਰਗਟੜਾ। ਤੰਦੂਕਾਰਾ ਤੋਂ ਭਾਵ ਹਨੇਰਾ ਹੀ ਹਨੇਰਾ ਰਿਹਾ। ਕਿਤਨੇ ਯੁੱਗ, ਕਿਤਨਾ ਲੰਮਾ ਸਮਾਂ। ਉਹ ਹਾਲਤ ਜੋ ਜੀਵਾਂ ਦੇ ਸਮਝ ਤੋਂ ਪਰੇ ਹੈ, ਧੁੰਦੂਕਾਰ ਬਣਿਆ ਰਿਹਾ। ਦੇਖੋ, ਇੱਕ ਹਨੇਰਾ ਹੋਰ ਹੁੰਦਾ ਹੈ, ਧੁੰਦ ਹੋਰ ਹੁੰਦੀ ਹੈ। ਧੁੰਦ ਵਿੱਚ ਬਿਲਕੁਲ ਨਹੀਂ ਦਿਸਦਾ। ਉਹ ਧੁੰਦੂਕਾਰ ਚ ਬਿਲਕੁਲ ਅੰਧਕਾਰ ਹੋ ਜਾਂਦਾ ਹੈ, ਸਾਹਮਣੇ ਚਾਨਣ ਹੁੰਦਿਆਂ ਵੀ ਦਿਸਦਾ ਕੋ ਨਹੀਂ, ਇੰਨੀ ਧੁੰਦ ਹੋ ਜਾਂਦੀ। ਬੇਅੰਤ ਸਮਾਂ ਇੱਕ ਐਸੀ ਅਵਸਥਾ ਬਣੀ ਰਹੀ ਜੋ ਜੀਵਾਂ ਦੇ ਸਮਝ ਤੋਂ ਪਰੇ ਹੈ। ਫਿਰ ਉਸਨੇ ਆਪ ਹੀ ਆਪਣੇ ਆਪ ਨੂੰ ਜਗਤ ਰੂਪ ਵਿੱਚ ਪ੍ਰਗਟ ਕਰ ਦਿੱਤਾ। ਆਪੇ ਕਰਤਾ ਪ੍ਰਗਟੜਾ। ਉਸਨੇ ਆਪ ਹੀ ਪ੍ਰਗਟ ਕੀਤਾ। ਕਰਤਾਰ ਨੇ ਆਪਣੇ ਆਪ ਨੂੰ ਜੀਵਾਂ ਦੇ ਰੂਪ ਵਿੱਚ। ਆਪੇ ਸ਼ਕਤੀ ਸਹਿਬਲ ਕਹਾਇਆ। ਸਹਿਬਲ ਮਤਲਬ ਬਲਵਾਨ, ਤਾਕਤ ਵਾਲਾ ਪਰਮਾਤਮਾ। ਬਲਵਾਨ ਪਰਮਾਤਮਾ ਆਪ ਹੀ ਆਪਣੇ ਆਪ ਨੂੰ ਆਪ ਅਖਵਾਰਿਆ, ਆਪ ਹੀ ਅਖਵਾਰਿਆ ਹੈ। ਪਰ ਉਸ ਤੋਂ ਤਾਕਤਵਰ ਹੋਰ ਕੋਈ ਨਹੀਂ। ਆਪੇ ਸੂਰ ਅਮਰ ਚਲਾਇਆ। ਸੂਰ ਤੋਂ ਭਾਵ ਸੂਰਮਾ। ਪ੍ਰਭੂ ਆਪ ਹੀ ਸਾਰੇ ਜਗਤ ਵਿੱਚ ਹੁਕਮ ਚਲਾ ਰਿਹਾ ਹੈ। ਆਪੇ ਸ਼ਿਵ ਵਰਤਾਇਨ ਅੰਤਰ। ਆਪੇ ਸ਼ੀਤਲ ਠਾਰ ਗੜਾ। ਸਭ ਜੀਵਾਂ ਦੇ ਅੰਦਰ ਉਸ ਪ੍ਰਭੂ ਨੇ ਆਪ ਹੀ ਸੁਖ ਸ਼ਾਂਤੀ ਵਰਤਾਈ ਹੋਈ ਹੈ, ਕਿਉਂਕਿ ਉਹ ਆਪ ਹੀ ਗੜੇ ਵਰਗਾ ਸ਼ੀਤਲ ਠੰਡਾ ਹੈ। ਦੇਖੋ, ਓਲੇ ਅਸੀਂ ਕਹਿ ਦਿੰਦੇ ਹਾਂ ਓਲੇ ਪੈ ਗਏ, ਤੇ ਪਹਿਲੋਂ ਸਾਡੇ ਵਡੇਰੇ ਗੜੇ ਪੈਣਾ ਕਹਿੰਦੇ ਹਨ। ਗੜੇ ਪੈ ਗਏ, ਬਰਫ਼ ਦੇ ਡਲੇ ਪੈ ਗਏ। ਇੱਧਰ ਮਾਝੇ ਮਾਲਵੇ ਚਲੇ ਜਾਈਏ, ਉਹ ਡਲੇ ਕਹਿੰਦੇ ਨੇ, ਡਲੇ ਪੈ ਗਏ। ਤੋਂ ਬਰਫ਼ ਦੇ ਡਲੇ ਨੂੰ ਗੜੇ ਕਿਹਾ ਜਾਂਦਾ ਹੈ। ਗੜੇ ਠੰਡੇ ਠਾਰ ਬਰਫ਼ ਦੇ ਹੁੰਦੇ ਹਨ। ਕਹਿੰਦੇ ਨੇ ਆਪੇ ਸ਼ੀਤਲ ਠਾਰ ਗੜਾ, ਗੜੇ ਵਰਗੂ ਠੰਡਾ ਹੈ। ਬਿਲਕੁਲ ਉਹ ਆਪ ਹੀ ਗੜੇ ਵਰਗਾ ਸ਼ੀਤਲ ਠੰਡਾ ਠਾਰ ਹੈ ਪ੍ਰਭੂ, ਤੇ ਸਭ ਜੀਵਾਂ ਦੇ ਅੰਦਰ ਉਸਨੇ ਹੀ ਸੁਖ ਸ਼ਾਂਤੀ ਵਰਤਾਈ ਹੋਈ ਹੈ। ਉਸ ਪ੍ਰਭੂ ਨੇ ਸ਼ਾਂਤ ਵਰਤਾਈ ਹੋਈ ਹੈ ਸਭ ਜੀਵਾਂ ਦੇ ਵਿੱਚ। ਜਿਸੈ ਨਿਵਾਜੇ ਗੁਰਮੁਖ ਸਾਜੇ, ਨਾਮ ਵਸੈ ਤਿਸ ਆਨੰਦ ਅਨਹਦ ਵਾਜੇ। ਕਹਿੰਦੇ ਨੇ ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ, ਪ੍ਰਭੂ ਮਿਹਰ ਕਰਦਾ ਜਿਸ ਤੇ, ਉਸ ਨੂੰ ਗੁਰੂ ਦੀ ਸ਼ਰਨ ਪਾ ਕੇ, ਉਸ ਨੂੰ ਗੁਰੂ ਦੀ ਸਿੱਖਿਆ ਤੇ ਲਾ ਕੇ ਉਸ ਦੀ ਨਵੀਂ ਆਤਮਿਕ ਘਾੜਤ ਕੱਢਦਾ। ਗੁਰੂ ਦੁਆਰਾ ਸੁਚੱਜੇ ਗੁਣਾਂ ਦਾ ਮਾਲਕ ਬਣਾ ਦਿੰਦਾ ਉਸ ਨੂੰ। ਨਾਮ ਵਸੈ ਤਿਸ ਅਨਹਦ ਵਾਜੇ। ਫਿਰ ਉਸ ਮਨੁੱਖ ਦੇ ਅੰਦਰ ਆਤਮਿਕ ਪਰਮਾਤਮਾ ਦਾ ਨਾਮ ਆ ਵਸਦਾ ਹੈ ਗੁਰੂ ਦੁਆਰਾ। ਉਸ ਪਰਮੇਸ਼ਰ ਦੀ ਸੋਝੀ ਹੋ ਜਾਂਦੀ ਹੈ, ਗਿਆਨ ਹੋ ਜਾਂਦਾ ਹੈ ਨਾਮ ਤੋਂ ਭਾਵ ਉਸ ਪਰਮੇਸ਼ਰ ਦਾ। ਮਾਨੋ ਉਸ ਦੇ ਅੰਦਰ ਇੱਕ ਰਸ ਵਾਜੇ ਵੱਜ ਪੈਂਦੇ ਹਨ। ਉਸ ਮਨੁੱਖ ਦੇ ਅੰਦਰ ਉਸ ਨੂੰ ਆਨੰਦ ਰੂਪ ਵਾਜੇ ਵੱਜਦੇ ਹਨ। ਬਿਨਾ ਵਜਾਇਆ ਵੱਜਣ ਵਾਲੇ ਵਾਜੇ ਵੱਜ ਪੈਂਦੇ ਹਨ। ਤਿਸ ਹੀ ਸੁਖ ਤਿਸ ਹੀ ਠਕੁਰਾਈ, ਤਿਸੇ ਨ ਆਵੇ ਜਮ ਨੇੜਾ। ਸਭ ਕਹਿੰਦੇ ਨੇ ਉਸ ਮਨੁੱਖ ਨੂੰ ਸਦਾ ਆਤਮਿਕ ਆਨੰਦ ਪ੍ਰਾਪਤ ਰਹਿੰਦਾ ਹੈ।
ਉਸੇ ਨੂੰ ਲੋਕ ਪਰਲੋਕ ਵਿੱਚ ਆਤਮਿਕ ਉਚਤਾ ਮਿਲ ਜਾਂਦੀ ਹੈ। ਜਮਰਾਜ ਦੇ ਨੇੜੇ ਨਹੀਂ ਟੁਕਦਾ। ਜਮਰਾਜ ਜਿਹੜਾ ਹੈ ਉਸ ਮਨੁੱਖ ਦੇ ਨੇੜੇ ਨਹੀਂ ਟੁਕਦਾ। ਮੌਤ ਦਾ ਡਰ, ਆਤਮਿਕ ਮੌਤ ਉਸ ਉੱਤੇ ਅਸਰ ਨਹੀਂ ਪਾ ਸਕਦੀ ਜਿਹੜੇ ਮਨੁੱਖ ਨੂੰ ਗੁਰੂ ਤੋਂ ਨਾਮ ਪ੍ਰਾਪਤ ਹੋ। ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ। ਉਸ ਨੂੰ ਸਾਹਿਬ ਬਖਸ਼ਿਸ਼ ਕਰਦੇ ਹਨ, ਕੀਮਤ ਕਾਗਦ ਕਹੀ ਨਾ ਜਾਈ, ਕਹੋ ਨਾਨਕ ਬੇਅੰਤ ਗੁਸਾਈ। ਕਾਗਜ਼ਾਂ ਉੱਤੇ ਲਿਖ ਕੇ ਉਸ ਪਰਮਾਤਮਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਸਾਹਿਬ ਕਹਿੰਦੇ ਨੇ ਕੋ ਲਿਖ ਕੇ ਵਡਿਆਈ ਦੱਸਦਾ ਬੈਸਰਾਮ, ਐਨੀ ਵਡਿਆਈ ਹੈ ਕੋਈ ਅੰਤ ਨਹੀਂ ਪਾ ਸਕਦਾ। ਸ੍ਰਿਸ਼ਟੀ ਦਾ ਮਾਲਕ ਪ੍ਰਭੂ ਬੇਅੰਤ ਹੈ, ਬਸ ਬੇਅੰਤ ਹੀ ਆਖਿਆ ਜਾ ਸਕਦਾ ਹੈ, ਕੋਈ ਲਿਖ ਕੇ ਕੀਮਤ ਨਹੀਂ ਦੱਸ ਸਕਦਾ। ਆਦ ਮਦ ਅੰਤ ਪ੍ਰਭ ਸੋਈ, ਹਾਥ ਤਿਸੈ ਕੈ ਨਿਬੇੜਾ। ਆਦ ਤੋਂ ਭਾਵ ਜਗਤ ਦੇ ਸ਼ੁਰੂ ਵਿੱਚ, ਮਦ ਤੋਂ ਭਾਵ ਅੰਤ, ਅੰਤ ਭਾਵ ਅੰਤ ਵਿੱਚ ਵੀ ਉਹੀ ਕਾਇਮ ਰਹਿਣ ਵਾਲਾ ਹੈ ਤੇ ਮੱਧ ਵਿੱਚ ਵੀ ਉਹੀ ਜੀਵਾਂ ਦੇ ਕਰਮਾਂ ਦਾ ਫੈਸਲਾ ਉਸੇ ਦੇ ਹੱਥ ਵਿੱਚ ਹੈ। ਤਿਸੈ ਸ਼ਰੀਕ ਨਾਹੀ ਰੇ ਕੋਈ, ਰੇ ਤੋਂ ਭਾਵ ਹੈ ਭਾਈ। ਕੋਈ ਵੀ ਜੀਵ ਉਸ ਪਰਮਾਤਮਾ ਦੇ ਬਰਾਬਰ ਦਾ ਨਹੀਂ ਹੈ, ਉਸ ਵਰਗਾ ਕੋਈ ਹੋਰ ਨਹੀਂ ਹੈ। ਸ਼ਰੀਕ ਨਹੀਂ ਹੈ, ਸ਼ਰੀਕ ਭਾਵ ਉਹਦੇ ਵਰਗਾ ਕੋਈ ਨਹੀਂ। ਕਿਸੇ ਬੁੱਤੈ ਜਵਾਬ ਨਾ ਹੋਈ, ਕਿਸੇ ਹੀ ਬੁੱਤੈ ਜਵਾਬ ਨਾ ਹੋਈ। ਬੁੱਤੈ ਦਾ ਮਤਲਬ ਕੰਮ, ਕਿਸੇ ਕੰਮ ਦਾ ਵੀ। ਉਸ ਦੇ ਕਿਸੇ ਵੀ ਕੰਮ ਵਿੱਚ ਕਿਸੇ ਪਾਸੋਂ ਇਨਕਾਰ ਨਹੀਂ ਹੋ ਸਕਦਾ। ਕਿਸੇ ਹੀ ਬੁੱਤੈ ਜਵਾਬ ਨਾ ਹੋਈ ਭਾਵ ਇਨਕਾਰ ਨਹੀਂ ਕਿਸੇ ਗੱਲ ਦਾ ਵੀ। ਉਸ ਦੇ ਕਿਸੇ ਵੀ ਕੰਮ ਵਿੱਚ ਕਿਸੇ ਪਾਸੋਂ ਇਨਕਾਰ ਨਹੀਂ ਹੋ ਸਕਦਾ ਭਾਵ ਜੋ ਉਸਨੇ ਕਰਨਾ ਹੈ ਉਹਨੂੰ ਇਹ ਨਹੀਂ ਕੋਈ ਕਹਿ ਸਕਦਾ ਕਿ ਰੱਬਾ ਇਹ ਨਾ ਕਰ ਤੇ ਇਹ ਕਰ, ਇਹ ਕਿਉਂ ਕੀਤਾ ਤੇ ਇੰਜ ਕਰ, ਇੰਜ ਨਹੀਂ ਤੇ ਇੰਜ ਕਰ ਨਹੀਂ ਕਹਿ ਸਕਦਾ ਉਸ। ਨਾਨਕ ਕਾ ਪ੍ਰਭ ਆਪੇ ਆਪੇ, ਕਰ ਕਰ ਵੇਖੈ ਚੋਜ ਖੜਾ। ਨਾਨਕ ਦਾ ਪ੍ਰਭੂ ਹਰ ਥਾਂ ਆਪ ਹੀ ਆਪ ਹੈ। ਉਹ ਆਪ ਹੀ ਤਮਾਸ਼ੇ ਕਰ ਰਿਹਾ ਹੈ ਤੇ ਤਮਾਸ਼ੇ ਖੇਡ ਕਰ ਕਰਕੇ ਖੜਾ ਆਪ ਹੀ ਵੇਖ ਰਿਹਾ। ਉਹ ਪਰਮੇਸ਼ਰ ਆਪਣੀ ਰਚਨਾ ਆਪ ਕਰਕੇ ਆਪ ਹੀ ਉਹ ਖੇਡ ਨੂੰ ਵੇਖ ਰਿਹਾ ਹੈ ਤੇ ਸੰਭਾਲ ਵੀ ਰਿਹਾ ਹੈ ਤੇ ਸਭ ਜੀਵਾਂ ਨੂੰ ਪੈਦਾ ਕਰਕੇ ਰਿਜ਼ਕ ਵੀ ਬਣਾ ਰਿਹਾ ਹੈ। ਉਹ ਪ੍ਰਭੂ ਹਰ ਥਾਂ ਆਪ ਹੀ ਆਪ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ, ਦਸਰੇ ਕੋਲੋਂ ਬੋਲਦਿਆਂ ਵਿਚਾਰਦਿਆਂ ਬਹੁਤ ਭੁੱਲਾਂ ਹੋਈਆਂ। ਤੋ ਆਓ ਫਤਿਹ ਬੁਲਾਈਏ।